ਸਵੇ ਸਾਡੇ ਉਦਾਰਕਰਤਾ ਪ੍ਰਭੂ ਯਿਸੂ ਮਸੀਹ ਜਦੋਂ ਸਾਰੀ ਦੁਨੀਆ ਦੀ ਖਾਤਰ ਸਲੀਬ ਨੂੰ ਚੱਕੀ ਕਲਵਰੀ ਪਹਾੜ ਨੂੰ ਜਾ ਰਹੇ ਨੇ। ਜਿਵੇਂ ਅੱਜ ਬਹੁਤ ਸਾਰੇ ਰਿਸ਼ਤੇਦਾਰ ਸਾਥ ਸੰਬੰਧੀ ਆਪਣੇ ਘਰਾਂ ਤੋਂ ਇਸ ਸਥਾਨ ਤੇ ਆਏ ਨੇ ਹਿੱਤ ਦੀ ਬਦੌਲਤ। ਇਸੇ ਤਰ੍ਹਾਂ ਬਹੁਤ ਸਾਰੀਆਂ ਯਰੂਸ਼ਲਮ ਦੀਆਂ ਔਰਤਾਂ ਪ੍ਰਭੂ ਯਿਸੂ ਦਾ ਕਸ਼ਟ, ਉਹਦਾ ਦੁੱਖ ਵੇਖ ਕੇ ਜਦੋਂ ਕਲਵਰੀ ਪਹਾੜ ਨੂੰ ਸਲੀਬ ਚੱਕੀ ਜਾ ਰਹੇ ਨੇ, ਬਹੁਤ ਸਾਰੀਆਂ ਔਰਤਾਂ ਰੋਂਦੀਆਂ ਪਿੱਟਦੀਆਂ ਸਿਆਪਾ ਕਰਦੀਆਂ ਯਿਸੂ ਦੇ ਮਗਰ ਜਾ ਰਹੀਆਂ। ਪ੍ਰਭੂ ਨੇ ਉਹਨਾਂ ਦਾ ਰੋਣਾ, ਉਹਨਾਂ ਦੀ ਹਾਲ ਦਿਖਾਈ ਸੁਣੀ। ਸੁਣ ਕੇ ਇਹ ਸ਼ਬਦ ਕਹੇ, ਪੜ੍ਹੀਏ ਧਿਆਨ ਨਾਲ ਸੁਣੀਏ। ਲੂਕਾ ਦੀ ਅੰਜੀਲ 23 ਅਧਿਆਇ ਦੀ 27 ਤੇ 28 ਹੈ। ਹਾਂਜੀ। ਲੋਕਾਂ ਦੀ ਵੱਡੀ ਭੀੜ ਉਹਦੇ ਪਿੱਛੇ ਗਈ। ਜਿਵੇਂ ਅੱਜ ਅਸੀਂ ਇੱਥੇ ਆਏ ਹੋ, ਲੋਕਾਂ ਦੀ ਵੱਡੀ ਭੀੜ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਗਈ। ਜਦੋਂ ਪ੍ਰਭੂ ਯਿਸੂ ਮਸੀਹ ਸਾਰੇ ਸੰਸਾਰ ਦੀ ਖਾਤਰ ਸਲੀਬ ਚੱਕੀ ਕਲਵਰੀ ਪਹਾੜ ਨੂੰ ਜਾ ਰਹੇ ਨੇ। ਹਾਂਜੀ। ਨਾਲੇ ਬਹੁਤ ਸਾਰੀਆਂ ਤੀਵੀਆਂ ਜਿਹੜੀਆਂ ਉਹਦੇ ਲਈ ਪਿੱਟਦੀਆਂ ਤੇ ਰੋਂਦੀਆਂ ਸਨ। ਬਹੁਤ ਸਾਰੀਆਂ ਔਰਤਾਂ ਜਿਹੜੀਆਂ ਯਿਸੂ ਦਾ ਕਸ਼ਟ ਦੁੱਖ ਵੇਖ ਕੇ ਰੋਂਦੀਆਂ ਤੇ ਪਿੱਟਦੀਆਂ ਸਨ। ਹਾਂ, ਪਰ ਯਿਸੂ ਉਹਨਾਂ ਦੀ ਵੱਲ ਪਿਛਾਂਹ ਭੌਂ ਕੇ ਬੋਲਿਆ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਦੀ ਹਾਲ ਦਿਖਾਈ ਸੁਣ ਕੇ ਪਿਛਾਂਹ ਭੌਂ ਕੇ ਬੋਲਿਆ, ਇਹ ਯਰੂਸ਼ਲਮ ਦੀ ਧੀ, ਇਹ ਯਰੂਸ਼ਲਮ ਦੀ ਧੀਓ, ਮੈਨੂੰ ਨਾ ਰੋਵੋ, ਮੈਨੂੰ ਨਾ ਰੋਵੋ, ਪਰ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਰੋਵੋ। ਹਾਂ, ਪ੍ਰਭੂ ਯਿਸੂ ਮਸੀਹ ਨੇ ਉਸ ਵੇਲੇ ਵੀ ਉਹਨਾਂ ਔਰਤਾਂ ਨੂੰ ਕਿਹਾ, ਮੈਨੂੰ ਨਾ ਰੋਵੋ, ਮੇਰੇ ਲਈ ਰੋਣ ਦੀ ਜ਼ਰੂਰਤ ਨਹੀਂ ਹੋ। ਇਸ ਲਈ ਕਿ ਪਿਤਾ ਨੇ ਮੈਨੂੰ ਭੇਜਿਆ ਹੀ ਇਸੇ ਲਈ ਆ ਕਿ ਮੈਂ ਆਪਣੇ ਜੀਵਨ ਦੀ ਕੁਰਬਾਨੀ ਸਾਰੇ ਸੰਸਾਰ ਦੇ ਲਈ ਦੇਵਾਂ। ਪੁੱਤਰ ਹੋਣ ਦੇ ਨਾਤੇ ਮੈਂ ਆਪਣੇ ਫਰਜ਼ ਨੂੰ ਪੂਰਾ ਕਰ ਰਿਹਾ ਹਾਂ। ਇਸ ਲਈ ਮੇਰੇ ਲਈ ਰੋਣ ਦੀ ਜ਼ਰੂਰਤ ਨਹੀਂ। ਆਪਣੀਆਂ ਜ਼ਿੰਦਗੀਆਂ ਤੇ ਗੌਰ ਕਰੋ, ਆਪਣੇ ਜੀਵਨਾਂ ਤੇ ਗੌਰ ਕਰੋ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਔਰਤਾਂ ਨੂੰ ਇਹ ਗੱਲ ਕਹੀ, ਮੇਰੇ ਲਈ ਰੋਣ ਦੀ ਜ਼ਰੂਰਤ ਨਹੀਂ। ਪ੍ਰੇਮੀਓ, ਪ੍ਰਭੂ ਦੇ ਵਿਸ਼ਵਾਸੀਓ, ਅੱਜ ਭਾਈ ਪ੍ਰੀਤਮ ਦਾਸ ਦੀ ਅੰਤਰਾਤਮਾ ਵੀ ਰਿਸ਼ਤੇਦਾਰ ਸਾਥ ਸੰਬੰਧੀਆਂ ਨੂੰ ਇਹੀ ਕਹਿਣਾ ਚਾਹੁੰਦੀ ਹੈ, ਮੇਰੇ ਲਈ ਰੋਣ ਦੀ ਜ਼ਰੂਰਤ ਨਹੀਂ। ਆਪਣੀਆਂ ਜ਼ਿੰਦਗੀਆਂ ਤੇ ਗੌਰ ਕਰੋ, ਆਪਣੇ ਜੀਵਨਾਂ ਤੇ ਗੌਰ ਕਰੋ। ਇਹ ਸ਼ਬਦ ਸਾਡੇ ਗੁਰੂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਔਰਤਾਂ ਨੂੰ ਕਹੇ ਜਿਹੜੀਆਂ ਪ੍ਰਭੂ ਯਿਸੂ ਮਸੀਹ ਦਾ ਕਸ਼ਟ ਦੁੱਖ ਵੇਖ ਕੇ ਰੋਂਦੀਆਂ ਤੇ ਪਿੱਟਦੀਆਂ ਤੇ ਸਿਆਪਾ ਕਰ ਰਹੀਆਂ ਸਨ ਕਿ ਮੇਰੇ ਲਈ ਰੋਣ ਦੀ ਜ਼ਰੂਰਤ ਨਹੀਂ। ਅੱਗੇ ਪੜ੍ਹੀਏ, ਧਿਆਨ ਨਾਲ ਸੁਣੀਏ। ਪਰ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਰੋਵੋ। ਆਪਣੀਆਂ ਜ਼ਿੰਦਗੀਆਂ ਤੇ ਗੌਰ ਕਰੋ। ਜਿਸ ਕੰਮ ਦੇ ਲਈ ਪਿਤਾ ਨੇ ਮੈਨੂੰ ਇਸ ਸੰਸਾਰ ਤੇ ਭੇਜਿਆ, ਮੈਂ ਉਸ ਕੰਮ ਨੂੰ ਕੀਤਾ, ਫਰਜ਼ ਨੂੰ ਪੂਰੀਆਂ ਕੀਤਾ ਆ। ਤੁਸੀਂ ਆਪਣੇ ਫਰਜ਼ ਨੂੰ ਸਮਝੋ। ਅੱਜ ਇਨਸਾਨ ਦੀ ਸਭ ਤੋਂ ਵੱਡੀ ਭੁੱਲ ਇਹੀ ਹੈ ਕਿ ਇਨਸਾਨ ਆਪਣੇ ਫਰਜ਼ ਨੂੰ ਭੁੱਲ ਚੁੱਕਾ ਆ ਕਿ ਜ਼ਿੰਦਗੀ ਕਿਹਨੇ ਦਿੱਤੀ ਹੈ, ਮੇਰਾ ਉਦੇਸ਼ ਕੀ ਆ, ਮੇਰਾ ਫਰਜ਼ ਕੀ ਆ ਜ਼ਮੀਨ ਤੇ। ਪਹਿਲਾ ਫਰਜ਼ ਹੈ ਕਿ ਜਿਹਨੇ ਜੀਵਨ ਦਿੱਤਾ ਆ, ਅਸੀਂ ਆਪਣੀ ਜ਼ਿੰਦਗੀ ਪਰਮੇਸ਼ਰ ਦੀ ਰਜ਼ਾ 'ਚ ਰਹਿ ਕੇ ਬਤੀਤ ਕਰੀਏ। ਹਰ ਗੱਲ ਦੇ ਵਿੱਚ ਸਿਰਜਣਹਾਰੇ ਨੂੰ ਮਹਿਮਾ ਦੇਈਏ। ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਇੱਕ ਦਿਨ ਇਸ ਸੰਸਾਰ ਨੂੰ ਤਿਆਗਣਾ ਆ। ਪਤਰਸ ਦੇ ਵਚਨ ਦੇ ਅਨੁਸਾਰ ਪਹਿਲਾ ਪਤਰਸ 2:11 ਦੇ ਵਿੱਚ ਲਿਖਿਆ, ਅਸੀਂ ਮੁਸਾਫਰ ਤੇ ਪਰਦੇਸੀ ਹਾਂ। ਇਹ ਗੱਲ ਕਲੀਅਰ ਹੈ, ਅਸੀਂ ਸਾਰੇ ਮੁਸਾਫਰ ਹਾਂ ਤੇ ਅਸੀਂ ਸਾਰੇ ਪਰਦੇਸੀ ਹਾਂ। ਮੁਸਾਫਰ ਹਾਂ ਅਸੀਂ। ਜਿਹੜਾ ਇੱਕ ਇਨਸਾਨ ਸਫ਼ਰ ਕਰਦਾ ਆ, ਟ੍ਰੇਨ 'ਚ ਸਫ਼ਰ ਕਰਦਾ ਆ, ਬੱਸ ਸਫ਼ਰ ਕਰਦਾ ਆ, ਐਰੋਪਲੇਨ ਜਹਾਜ਼ ਦੇ ਵਿੱਚ ਸਫ਼ਰ ਕਰਦਾ ਆ। ਮੁਸਾਫਰ ਦੀ ਪਰਿਭਾਸ਼ਾ ਕੀ ਹੈ? 1 ਘੰਟਾ ਪਹਿਲਾਂ ਸੀਟ ਦੇ ਉੱਤੇ, ਬੱਸ ਦੇ ਵਿੱਚ ਜਿਹੜੀ ਸੀਟ ਹੈ ਉੱਥੇ ਕੋਈ ਹੋਰ ਬੈਠਾ ਹੁੰਦਾ, 2 ਘੰਟਿਆਂ ਬਾਅਦ ਕੋਈ ਹੋਰ ਆ ਕੇ ਬਹਿ ਜਾਂਦਾ, ਸੀਟ ਉਹੀ ਹੁੰਦੀ ਹੈ। ट्रेन दे विच भी यही हालत है, एरोप्लेन दे विच भी वही है। एक दिन तुसी बैठे हो ते दूजे दिन कोई होर बैठा हुंदा, सीट वही हुंदी है। परदेसी दी भी है,
परदेसी किसी देश में जाके काम करता, किसी फैक्ट्री च काम करता, किते भी काम करता, साल लाउंदा 2 साल लाउंदा, वापस आ जाता, उत्थे कोई होर काम करन लग पैंदा। आ संसार भी साडे लई परदेश की तरह आ संसार भी साडे लई मुसाफिर की तरह आ। इसलिए प्रेमियों, परमेश्वर का पवित्र वचन सिखाउंदा आ कि असीं एक दिन इस संसार नूं त्यागना है, कोई दो राय नहीं। इसलिए प्रभु यीशु मसीह उन्हां औरतां नूं कह रहा है, मेरे लिए रोण की जरूरत नहीं, अपने लिए रोवो। पाप अपने फर्ज नूं समझो। तुसीं आए क्यों हो? परमेश्वर ने जिंदगी क्यों दी है? जिन्हें जीवन दिता आ ਉਹਦੀ ਅਧੀਨਗੀ ਚ ਰਹਿ ਕੇ ਸਮਾਂ ਬਤੀਤ ਕਰੋ। ਇਹ ਗੱਲ ਆਪ ਵੀ ਸਿੱਖੋ ਤੇ ਇਹ ਗੱਲ ਆਪਣੇ ਬੱਚਿਆਂ ਨੂੰ ਵੀ ਸਿਖਾਓ। ਆਪਣੇ ਲਈ ਰੋਵੋ ਤੇ ਆਪਣੇ ਬੱਚਿਆਂ ਲਈ। ਮੇਰੇ ਲਈ ਰੋਣ ਦੀ ਜ਼ਰੂਰਤ, ਮੈਂ ਆਪਣੇ ਜੀਵਨ ਦੇ ਵਿੱਚ ਉਸ ਫਰਜ਼ ਨੂੰ ਪੂਰੀਆਂ ਕੀਤਾ ਹੈ। ਅੱਜ ਇਹਨਾਂ ਸਥਿਤੀਆਂ, ਇਹਨਾਂ ਹਾਲਾਤਾਂ 'ਚ ਪਰਮੇਸ਼ਰ ਸਾਨੂੰ ਸੁੱਤਿਆਂ ਨੂੰ ਜਗਾਉਂਦਾ ਹੈ। ਜਦੋਂ ਕੋਈ ਤੂਫਾਨ ਆਉਂਦਾ, ਸਾਡੇ ਕੰਨਾਂ 'ਚ ਖਬਰ ਪੈਂਦੀ ਹੈ ਬਾਹਰ ਤੂਫਾਨ ਆ ਰਿਹਾ ਹੈ, ਕਿ ਅਸੀਂ ਕੱਪੜਾ ਲੈ ਕੇ ਸੌਂ ਜਾਂਦੇ ਹਾਂ, ਕਿ ਅਸੀਂ ਲਾਪਰਵਾਹ ਹੋ ਜਾਂਦੇ ਹਾਂ। ਜਦੋਂ ਕੰਨਾਂ 'ਚ ਖਬਰ ਪੈਂਦੀ ਹੈ ਤੂਫਾਨ ਆ ਰਿਹਾ, ਅਲਰਟ ਹੋ ਜਾਂਦੇ ਹਾਂ, ਹੁਸ਼ਿਆਰ ਹੋ ਜਾਂਦੇ ਹਾਂ। ਅਸੀਂ ਆਪਣੀਆਂ ਕੀਮਤੀ ਵਸਤਾਂ ਸੰਭਾਲਣੀਆਂ ਸ਼ੁਰੂ ਕਰ ਦਿੰਦੇ ਹਾਂ, ਕੋਈ ਕੀਮਤੀ ਵਸਤੂ ਤੂਫਾਨ ਦੀ ਲਪੇਟ ਵਿੱਚ ਨਾ ਆ ਜਾਵੇ। ਇਹ ਗਮ ਦੀ ਹਨੇਰੀ ਸਾਨੂੰ ਸੁੱਤਿਆਂ ਨੂੰ ਜਗਾਉਂਦੀ ਹੈ। ਅਸੀਂ ਜਿਹੜੇ ਮੌਤ ਵੱਲੋਂ ਬੇਖਬਰ ਹਾਂ, ਅਸੀਂ ਜਿਹੜੇ ਸੋਚਦੇ ਹਾਂ ਆਹੀ ਸਭ ਕੁਝ ਪੱਕਾ ਹੈ, ਅਸੀਂ ਜਿਹੜੇ ਸੋਚਦੇ ਹਾਂ ਇੱਥੇ ਹੀ ਰਹਿਣਾ ਹੈ, ਇਹ ਸਭ ਕੁਝ ਹੈ। ਪਰਮੇਸ਼ਰ ਸਾਨੂੰ ਸੁੱਤਿਆਂ ਨੂੰ ਜਗਾਉਂਦਾ ਹੈ ਕਿ ਇੱਕ ਦਿਨ ਅਸੀਂ ਇਸ ਸੰਸਾਰ ਨੂੰ ਤਿਆਗਣਾ ਹੈ। ਇਸ ਲਈ ਪ੍ਰੇਮੀਓ, ਸਭ ਤੋਂ ਉੱਤਮ ਤੇ ਸ੍ਰੇਸ਼ਟ ਤੇ ਕੀਮਤੀ ਸਾਡੀ ਜ਼ਿੰਦਗੀ ਹੈ। ਇਹਨਾਂ ਸਥਿਤੀਆਂ 'ਚ ਅਸੀਂ ਆਪਣੀ ਜ਼ਿੰਦਗੀ ਨੂੰ ਸੰਭਾਲੀਏ। ਭਾਈ ਪ੍ਰੀਤਮ ਦਾਸ ਚਲੇ ਗਏ ਤੇ ਇੱਕ ਦਿਨ ਅਸੀਂ ਵੀ ਇਸ ਸੰਸਾਰ ਨੂੰ ਤਿਆਗਣਾ ਹੈ। ਇਸ ਲਈ ਜਦੋਂ ਸੰਸਾਰ ਨੂੰ ਤਿਆਗਣਾ ਹੈ ਤੇ ਉਸ ਤੋਂ ਪਹਿਲਾਂ ਜ਼ਰੂਰੀ ਆ ਕਿ ਅਸੀਂ ਆਪਣੇ ਆਪ ਨੂੰ ਉਸ ਰਾਜ ਦੇ ਵਿੱਚ ਜਾਣ ਲਈ, ਜਿਹਦੀ ਪਰਮੇਸ਼ਰ ਨੇ ਆਪਣੇ ਪੁੱਤਰ ਯੀਸ਼ੂ ਦੇ ਦੁਆਰਾ ਤਿਆਰੀ ਕੀਤੀ ਹੈ, ਅਸੀਂ ਉਸ ਰਾਜ ਵਿੱਚ ਜਾਣ ਲਈ ਤਿਆਰ ਹੋਈਏ। ਹਰ ਤਰ੍ਹਾਂ ਦੀ ਬੁਰਾਈ, ਹਰ ਤਰ੍ਹਾਂ ਦੇ ਗੁਨਾਹ ਤੋਂ ਉੱਪਰ ਉੱਠ ਕੇ ਸ਼ੁੱਧਤਾਈ ਦਾ ਜੀਵਨ ਬਤੀਤ ਕਰੀਏ, ਤਾਂ ਕਿ ਜਦੋਂ ਅਸੀਂ ਇਸ ਸੰਸਾਰ ਨੂੰ ਤਿਆਗੀਏ ਤੇ ਅਸੀਂ ਪਰਮੇਸ਼ਰ ਦੇ ਰਾਜ ਦੇ ਹੱਕਦਾਰ ਬਣ ਸਕੀਏ। ਇਸ ਲਈ ਪ੍ਰੇਮੀਓ, ਖੁਦਾ ਦਾ ਪਵਿੱਤਰ ਵਚਨ ਸਿਖਾਉਂਦਾ ਹੈ, ਪੜ੍ਹੀਏ, ਧਿਆਨ ਨਾਲ ਸੁਣੀਏ। ਫਿਰ ਉਸੇ ਆਇਤ ਨੂੰ 28 ਆਇਤ ਪੜ੍ਹੀਏ। ਪਰ ਯਿਸੂ ਉਹਨਾਂ ਦੀ ਵੱਲ ਪਿਛਾਂਹ ਭੌਂ ਕੇ ਬੋਲਿਆ। ਪ੍ਰਭੂ ਯਿਸੂ ਮਸੀਹ ਉਹਨਾਂ ਔਰਤਾਂ ਦੀ ਵੱਲ ਪਿਛਾਂਹ ਭੌਂ ਕੇ ਬੋਲਿਆ, हे ਯਰੂਸ਼ਲਮ ਦੀ ਧੀਓ, हे ਯਰੂਸ਼ਲਮ ਦੀ ਧੀਓ, ਮੈਨੂੰ ਨਾ ਰੋਵੋ, ਮੈਨੂੰ ਨਾ ਰੋਵੋ, ਪਰ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਰੋਵੋ। ਆਪ ਨੂੰ ਤੇ ਆਪਣੇ ਬੱਚਿਆਂ ਨੂੰ ਰੋਵੋ। ਭਾਵ ਆਪਣੀਆਂ ਜ਼ਿੰਦਗੀਆਂ ਤੇ ਗੌਰ ਕਰੋ, ਆਪਣੇ ਫਰਜ਼ ਨੂੰ ਸਮਝੋ ਤੇ ਇਹ ਆਪਣੇ ਬੱਚਿਆਂ ਨੂੰ ਵੀ ਸਿਖਾਓ, ਤਾਂ ਕਿ ਤੁਹਾਡਾ ਆਉਣਾ ਵੀ ਸਫਲ ਹੋ ਜਾਵੇ ਤੇ ਤੁਹਾਡੇ ਜਰੀਏ ਤੁਹਾਡੀ ਸੰਤਾਨਾਂ ਦਾ, ਤੁਹਾਡੀਆਂ ਪੀੜ੍ਹੀਆਂ ਦਾ, ਤੁਹਾਡੇ ਬੱਚਿਆਂ ਦਾ ਆਉਣਾ ਵੀ ਸਫਲ ਹੋ ਜਾਵੇ। ਇਸ ਲਈ ਪ੍ਰੇਮੀਓ, ਖੁਦਾ ਦਾ ਪਵਿੱਤਰ ਵਚਨ ਸਿਖਾਉਂਦਾ ਆ, ਕਿਉਂਕਿ ਅਸੀਂ ਸਮੇਂ-ਸਮੇਂ ਤੇ ਇਸ ਸੰਸਾਰ ਨੂੰ ਤਿਆਗਣਾ ਹੈ। ਜਿਵੇਂ ਇਬਰਾਨੀਆਂ ਦੀ ਪੁਸਤਕ 13 ਅਧਿਆਏ ਉਹਦੀ ਅਸੀਂ 14, 15 ਤੇ 16 ਤੱਕ ਪੜਾਂਗੇ। ਉਸ ਤੋਂ ਬਾਅਦ ਪ੍ਰਾਰਥਨਾ ਵੱਲ ਜਾ। ਸੋ ਅਸੀਂ ਆਉਣ ਵਾਲੇ ਸ਼ਹਿਰ ਨੂੰ ਭਾਲਦੇ ਹਾਂ। ਅੱਗੇ ਸੋ ਅਸੀਂ ਉਹਦੇ ਦੁਆਰਾ ਉਸਤਤ ਦਾ ਬਲੀਦਾਨ, ਹਾਂ, ਉਹਦੇ ਦੁਆਰਾ ਪਰਮੇਸ਼ਰ ਨੂੰ ਮਹਿਮਾ ਦਿੰਦੇ ਰਹੀਏ। ਸਾਰੀਆਂ ਗੱਲਾਂ 'ਚ, ਹਰ ਗੱਲ ਦੇ ਵਿੱਚ, ਚਾਹੇ ਗਰਮੀ ਹੋਵੇ, ਚਾਹੇ ਸਰਦੀ ਹੋਵੇ, ਚਾਹੇ ਦੁੱਖ ਹੋਵੇ, ਚਾਹੇ ਸੁੱਖ ਹੋਵੇ, ਹਰ ਸਥਿਤੀ ਦੇ ਵਿੱਚ ਆਪਣੀਆਂ ਜ਼ਿੰਦਗੀਆਂ ਦੇ ਦੁਆਰਾ ਉਹਨੂੰ ਉਸਤਤ ਦੇਈਏ, ਉਹਨੂੰ ਮਹਿਮਾ ਦੇਈਏ। ਹਾਂਜੀ, ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਦੇ ਨਾਮ ਨੂੰ ਮੰਨ ਲੈਂਦੇ ਹਨ, ਹਾਂਜੀ, ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੀਏ। ਹਾਂ, ਸਦਾ ਉਹਦਾ ਧੰਨਵਾਦ, ਸਦਾ ਉਹਦਾ ਸ਼ੁਕਰਾਨਾ ਕਰੀਏ। ਹਾਂ, ਪਰ ਭਲਾ ਕਰਨੋਂ ਅਤੇ ਪਰਉਪਕਾਰ ਕਰਨੋਂ ਨਾ ਭੁੱਲਿਓ। ਆਹ ਗੱਲ ਸਾਡੇ ਲਈ ਜ਼ਰੂਰੀ ਆ। ਜਿਹੜੀਆਂ ਜ਼ਿੰਦਗੀਆਂ ਚਾਹੁੰਦੀਆਂ ਕਿ ਅਸੀਂ ਉਹਦੇ ਰਾਜ ਦੇ ਹੱਕਦਾਰ ਬਣੀਏ, ਜਿਹੜੀਆਂ ਜ਼ਿੰਦਗੀਆਂ ਚਾਹੁੰਦੀਆਂ ਆ ਕਿ ਇਸ ਸੰਸਾਰ ਦੇ ਉੱਤੇ ਵੀ ਪਰਮੇਸ਼ਰ ਦਾ ਅਨੁਗ੍ਰਹਿ ਬਣਿਆ ਰਵੇ, ਤੇ ਜਦੋਂ ਅਸੀਂ ਇਹ ਨਾਸ਼ਵੰਤ ਸੰਸਾਰ ਨੂੰ ਤਿਆਗੀਏ ਤੇ ਅਸੀਂ ਪਰਮੇਸ਼ਰ ਦੇ ਰਾਜ ਦੇ ਹੱਕਦਾਰ ਬਣੀਏ,
ਉਹਨਾਂ ਜ਼ਿੰਦਗੀਆਂ ਲਈ ਜ਼ਰੂਰੀ ਹੈ ਕਿ ਭਲਾ ਕਰਨਾ ਤੇ ਪਰ ਉਪਕਾਰ ਕਰਨਾ ਅਸੀਂ ਭੁੱਲੀਏ ਨਾ। ਇਹੀ ਤੋਬਾ ਦਾ ਮਤਲਬ ਹੈ, ਇਹੀ ਮਨ ਫਿਰਾਉਣ ਦਾ ਮਤਲਬ ਆ, ਇਹੀ ਯੀਸ਼ੂ ਤੇ ਵਿਸ਼ਵਾਸ ਕਰਨ ਦਾ ਮਤਲਬ ਹੈ, ਇਹੀ ਨਾਮ ਲੈਣ ਦਾ ਮਤਲਬ ਹੈ। ਜੇ ਅਸੀਂ ਉਹਦੇ ਤੇ ਭਰੋਸਾ ਰੱਖਿਆ ਆ, ਜੇ ਅਸੀਂ ਉਹਨੂੰ ਆਪਣਾ ਗੁਰੂ ਕਰਕੇ ਮੰਨ ਲਿਆ, ਤੋਬਾ ਦਾ ਮਤਲਬ ਇਹ ਹੈ ਵਰਾਈ ਦੇ ਕੰਮ ਛੱਡ ਕੇ ਭਲਾਈ ਦੇ ਕੰਮ ਕਰਨਾ, ਭੈੜੇ ਰਸਤੇ ਨੂੰ ਤਿਆਗ ਕਰਕੇ ਸਚਾਈ ਦੇ ਰਸਤੇ ਦੇ ਉੱਤੇ ਚੱਲਣਾ। ਪਰਮੇਸ਼ਰ ਉਹਨਾਂ ਜ਼ਿੰਦਗੀਆਂ ਨੂੰ ਇਸ ਸੰਸਾਰ ਤੇ ਵੀ ਕਿਰਪਾ ਬਖਸ਼ਦਾ ਆ ਤੇ ਸੰਸਾਰ ਨੂੰ ਤਿਆਗਣ ਤੋਂ ਬਾਅਦ ਵੀ ਉਹ ਜ਼ਿੰਦਗੀਆਂ ਪਰਮੇਸ਼ਰ ਦੇ ਰਾਜ ਦੀਆਂ ਹੱਕਦਾਰ ਬਣਦੀਆਂ ਨੇ। ਇਸ ਲਈ ਪਰਮੇਸ਼ਰ ਦਾ ਵਚਨ ਸਿਖਾਉਂਦਾ ਭਲਾ ਕਰਨਾ ਪੜੀਏ। ਪਰ ਭਲਾ ਕਰਨੋ ਅਤੇ ਪਰ ਉਪਕਾਰ ਕਰਨਿਓ ਨਾ ਭੁੱਲਿਓ। ਹਾਂ, ਭਲਾ ਕਰਨਾ ਤੇ ਪਰ ਉਪਕਾਰ ਕਰਨਾ, ਦੂਸਰੇ ਤੇ ਤਰਸ ਕਰਨਾ, ਰਹਿਮ ਕਰਨਾ, ਦੂਸਰੇ ਦੇ ਲਈ ਭਲਾਈ ਕਰਨ ਬਾਰੇ ਸੋਚਦੇ ਰਹਿਣਾ, ਭਲਾਈ ਕਰਨੀ। ਹਾਂ, ਭਲਾ ਕਰਨਾ ਤੇ ਪਰ ਉਪਕਾਰ ਕਰਨਾ ਨਾ ਭੁੱਲਿਓ, ਨਾ ਭੁੱਲਿਓ, ਕਿਉਂਕਿ ਅਜਿਹਿਆਂ ਬਲੀਦਾਨਾਂ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਇਹੋ ਜਿਹੇ ਬਲੀਦਾਨਾਂ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ। ਇੱਕ ਉਪਾਸਕ ਤੋਂ, ਇੱਕ ਆਰਾਧਕ ਤੋਂ ਸਰਵ ਸ਼ਕਤੀਮਾਨ ਪਰਮੇਸ਼ਰ ਇਸੇ ਗੱਲ ਦੀ ਮੰਗ ਕਰਦਾ ਹੈ। ਇਹ ਸਭ ਤੋਂ ਉੱਤਮ ਤੇ ਸ੍ਰੇਸ਼ਟ ਬਲੀਦਾਨ ਹੈ, ਭਲਾ ਕਰਨਾ ਤੇ ਪਰ ਉਪਕਾਰ ਕਰਨਾ। ਇਸ ਲਈ ਪ੍ਰੇਮੀਓ, ਸਰਵ ਸ਼ਕਤੀਮਾਨ ਪਰਮੇਸ਼ਰ ਨੇ ਸਾਨੂੰ ਜ਼ਿੰਦਗੀ ਦਿੱਤੀ ਆ, ਅਤੀ ਜ਼ਿਆਦਾ ਜ਼ਰੂਰੀ ਆ ਜ਼ਿੰਦਗੀ ਦੇ ਭੇਤ ਨੂੰ ਸਮਝੀਏ। ਇੱਕ ਦਿਨ ਇਸ ਸੰਸਾਰ ਨੂੰ ਤਿਆਗਣਾ ਹੈ, ਇਸ ਲਈ ਜ਼ਰੂਰੀ ਆ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਉਹਦੀ ਰਜ਼ਾ 'ਚ ਰਹਿ ਕੇ ਬਤੀਤ ਕਰੀਏ, ਕਿਉਂਕਿ ਜੀਂਦੇ ਜੀ ਹੀ ਸਾਡੇ ਕੋਲ ਸੁਨਹਿਰੀ ਅਵਸਰ ਹੈ। ਜਦੋਂ ਅਸੀਂ ਇਸ ਸੰਸਾਰ ਨੂੰ ਤਿਆਗ ਦਿੱਤਾ, ਫਿਰ ਸਾਡੇ ਕੋਲ ਕੋਈ ਵੀ ਅਵਸਰ ਨਹੀਂ, ਫਿਰ ਸਾਰੇ ਸਮੇਂ ਖਤਮ ਹੈ। ਜੀਂਦੇ ਜੀ ਸਾਡੇ ਕੋਲ ਉੱਤਮ ਤੇ ਸ੍ਰੇਸ਼ਟ ਅਵਸਰ ਹੈ। ਜਿਵੇਂ ਪਾਕ ਕਲਾਮ 'ਚ ਅਸੀਂ ਪੜ੍ਹਨ ਲਈ ਜਾ ਰਹੇ ਹਾਂ, ਯਿਰਮੀਆ ਦੀ ਪੁਸਤਕ 18 ਅਧਿਆਏ ਉਹਦੀ ਪਹਿਲੀ, ਦੂਸਰੀ, ਤੀਸਰੀ ਆਇਤ ਪੜ੍ਹੀਏ, ਧਿਆਨ ਦੇ ਨਾਲ ਸੁਣੀਏ। ਪਰਮੇਸ਼ਰ ਨੇ ਆਪਣੇ ਬੰਦੇ ਨਾਲ ਗੱਲ ਕੀਤੀ, ਉੱਠ ਤੇ ਘੁਮਿਆਰ ਦੇ ਘਰ ਨੂੰ ਚਲਾ ਜਾ। ਉਹ ਰੱਬ ਦਾ ਬੰਦਾ ਆਪਣੇ ਘਰੋਂ ਉੱਠਿਆ, ਘੁਮਿਆਰ ਦੇ ਘਰ ਦੇ ਵਿੱਚ ਚਲਾ ਗਿਆ। ਜਦੋਂ ਉਹ ਗਿਆ ਤੇ ਉਹ ਕੀ ਵੇਖਦਾ ਆ ਵੀ ਘੁਮਿਆਰ ਜਿਹੜਾ ਆ ਆਪਣੇ ਚੱਕ ਦੇ ਉੱਤੇ ਮਿੱਟੀ ਦਾ ਬਰਤਨ ਬਣਾ ਰਿਹਾ ਸੀ। ਜਦੋਂ ਮਿੱਟੀ ਦਾ ਬਰਤਨ ਬਣਾ ਰਿਹਾ ਸੀ ਤੇ ਬਣਾਉਂਦੇ ਬਣਾਉਂਦੇ ਘੁਮਿਆਰ ਦੇ ਹੱਥ ਦੇ ਵਿੱਚ ਉਹ ਬਰਤਨ ਵਿੰਗਾ ਟੇਢਾ ਹੋ ਗਿਆ, ਵਿਗੜ ਗਿਆ। ਘੁਮਿਆਰ ਨੇ ਉਸ ਵਿਗੜੇ ਹੋਏ ਬਰਤਨ ਨੂੰ ਤੋੜ ਕੇ ਗੋ ਕੇ ਨਵੇਂ ਸਿਰੇ ਤੋਂ ਮਨ ਭਾਉਂਦਾ ਵਧੀਆ ਬਰਤਨ ਬਣਾ ਲਿਆ, ਵਿਗੜੇ ਹੋਏ ਬਰਤਨ ਨੂੰ ਹੀ ਤੋੜ ਕੇ। ਪਰਮੇਸ਼ਰ ਨੇ ਆਪਣੇ ਬੰਦੇ ਨਾਲ ਗੱਲ ਕੀਤੀ, ਕਹਿੰਦਾ ਕੀ ਮੈਂ ਇਸ ਘੁਮਿਆਰ ਵਾਂਗੂ ਤੁਹਾਡੇ ਨਾਲ ਨਹੀਂ ਕਰ ਸਕਦਾ? ਜਿਸ ਤਰ੍ਹਾਂ ਮਿੱਟੀ ਜਾਂ ਵਿਗੜਿਆ ਬਰਤਨ ਘੁਮਿਆਰ ਦੇ ਹੱਥ ਵਿੱਚ ਹੈ, ਇਸ ਤਰ੍ਹਾਂ हे ਮੇਰੀ ਪ੍ਰਜਾ, हे ਮੇਰੇ ਲੋਕੋ, ਤੁਸੀਂ ਮੇਰੇ ਹੱਥ ਵਿੱਚ ਹੋ। ਪੜ੍ਹੀਏ, ਧਿਆਨ ਨਾਲ ਸੁਣੀਏ। ਯਿਰਮੀਆ ਦੀ ਪੁਸਤਕ 18 ਦੇ ਆਇਓ ਦੀ 2 ਹੈ। ਉੱਠ ਅਤੇ ਘੁਮਿਆਰ ਦੇ ਘਰ ਨੂੰ ਉਤਰ ਜਾ, ਹਾਂ, ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ। ਅੱਗੇ ਤਾਂ ਮੈਂ ਘੁਮਿਆਰ ਦੇ ਘਰ ਨੂੰ ਉਤਰ ਗਿਆ। ਰੱਬ ਦਾ ਬੰਦਾ ਕਹਿੰਦਾ ਮੈਂ ਆਪਣਾ ਘਰ ਛੱਡਿਆ ਤੇ ਘੁਮਿਆਰ ਦੇ ਘਰ 'ਚ ਚਲਾ ਗਿਆ। ਅਤੇ ਵੇਖੋ ਆਪਣੇ ਚਾਕੂ ਤੇ ਕੰਮ ਕਰ ਰਿਹਾ ਸੀ। ਵੇਖੋ ਘੁਮਿਆਰ ਆਪਣੇ ਚੱਕ ਤੇ ਕੰਮ ਕਰ ਰਿਹਾ ਸੀ। ਉਹ ਭਾਂਡਾ ਜਿਹੜਾ ਮਿੱਟੀ ਦਾ ਬਣਾਉਂਦਾ ਸੀ, ਉਹ ਭਾਂਡਾ ਜਿਹੜਾ ਮਿੱਟੀ ਦਾ ਬਣਾਉਂਦਾ ਸੀ, ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਬਾਅਦ ਉਹਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ। ਦਾਦ ਮੋੜ ਉਸੇ ਵਿਗੜੇ ਹੋਏ ਬਰਤਨ ਨੂੰ ਤੋੜ ਕੇ ਗੋ ਕੇ, ਹਾਂ, ਜੋੜ ਬਰਤਨ ਬਣਾਇਆ ਜਿਵੇਂ ਉਹਦੀ ਨਿਗਾਹ ਵਿੱਚ ਚੰਗਾ ਲੱਗਾ। ਜਿੱਦਾਂ ਦਾ ਵਧੀਆ ਬਣਾਉਣਾ ਚਾਹੁੰਦਾ ਸੀ। ਫਿਰ ਯਹੋਵਾ ਦਾ ਵਚਨ ਮੇਰੇ ਕੋਲ ਆਇਆ। ਪਰਮੇਸ਼ਰ ਦੀ ਬਾਣੀ ਮੇਰੇ ਕੋਲ ਆਈ, ਇਹ ਇਸਰਾਇਲ ਦੇ ਘਰਾਣੇ, ਇਹ ਮੇਰੇ ਲੋਕੋ, ਕਿ ਮੈਂ ਇਸ ਘੁਮਿਆਰ ਵਾਂਗੂ ਤੁਹਾਡੇ ਨਾਲ ਨਹੀਂ ਕਰ ਸਕਦਾ। ਮੈਂ ਇਸ ਘੁਮਿਆਰ ਵਾਂਗੂ ਤੁਹਾਡੇ ਨਾਲ, ਆਪਣੇ ਲੋਕਾਂ ਨਾਲ ਨਹੀਂ ਕਰ ਸਕਦਾ। ਯਹੋਵਾ ਦਾ ਵਾਕ ਹੈ, ਪਰਮੇਸ਼ਰ ਦਾ ਵਚਨ ਹੈ। ਦੇਖੋ ਹੀ ਇਸਰਾਇਲ ਦੇ ਘਰਾਣੇ, ਇਹ ਮੇਰੇ ਲੋਕੋ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ, ਜਿਸ ਤਰ੍ਹਾਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ, ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ। ਇਸ ਤਰ੍ਹਾਂ ਤੁਸੀਂ ਮੇਰੇ ਹੱਥ ਵਿੱਚ ਹੋ।
ਵਿਗੜਿਆ ਹੋਇਆ ਬਰਤਨ ਇੱਕ ਵਾਰੀ ਅੱਗ ਦੀ ਭੱਠੀ ਦੇ ਵਿੱਚ ਚਲਾ ਗਿਆ ਤੇ ਫੇਰ ਉਹਦਾ ਕੁਛ ਵੀ ਬਣਨਾ। ਜਦ ਤੀਕਰ ਵਿਗੜਿਆ ਬਰਤਨ ਘੁਮਿਆਰ ਦੇ ਹੱਥ ਵਿੱਚ ਹੈ, ਉਸ ਮਿੱਟੀ 'ਚ ਸ਼ਮਤਾ ਆ, ਉਹਨੂੰ ਤੋੜ ਕੇ ਗੋ ਕੇ ਨਵੇਂ ਸਿਰੇ ਤੋਂ ਵਧੀਆ ਬਰਤਨ ਬਣਾਵੇ। ਪਰ ਜੇ ਵਿਗੜਿਆ ਬਰਤਨ ਇੱਕ ਵਾਰੀ ਅੱਗ ਦੀ ਭੱਠੀ ਦੇ ਵਿੱਚ ਚਲਾ ਗਿਆ ਤਾਂ ਪ੍ਰੇਮੀਓ ਫੇਰ ਉਹਦਾ ਕੁਛ ਵੀ ਬਣਨਾ। ਇਹ ਤੁਹਾਡੀ ਤੇ ਮੇਰੀ ਜ਼ਿੰਦਗੀ ਦਾ ਚਿੱਤਰ ਹੈ। ਜਦੋਂ ਅਸੀਂ ਇਸ ਸੰਸਾਰ ਨੂੰ ਤਿਆਗ ਦਿੱਤਾ ਫਿਰ ਓਨਲੀ ਨਿਆਂ, ਜਿਸਮ 'ਚ ਰਹਿੰਦਿਆਂ, ਸਰੀਰ ਦੇ ਵਿੱਚ ਰਹਿੰਦਿਆਂ ਪਰਮੇਸ਼ਰ ਨੇ ਉਪਾਅ ਕੀਤਾ ਹੈ। ਇਸ ਲਈ ਸੂਲੀ ਤੇ ਚੜੇ ਡਾਕੂ ਨੇ ਕਿਹਾ, ਕਹਿੰਦਾ ਪ੍ਰਭੂ ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀ। ਭਾਵੇਂ ਉਹਨੇ ਸਾਰੀ ਉਮਰ ਡਾਕੇ ਮਾਰੇ ਪਰ ਸਲੀਬ ਦੇ ਉੱਤੇ ਆਪਣੇ ਗੁਨਾਹਾਂ ਦਾ ਇਕਰਾਰ ਕੀਤਾ, ਪਛਤਾਪ ਕੀਤਾ ਤੇ ਪ੍ਰਭੂ ਨੇ ਕਿਹਾ ਅੱਜ ਹੀ ਤੂੰ ਮੇਰੇ ਨਾਲ ਸਵਰਗ ਵਿੱਚ ਜੀਂਦੇ ਜੀ ਸਰੀਰ 'ਚ ਰਹਿੰਦਿਆਂ ਸਾਡੇ ਕੋਲ ਸੁਨਹਿਰੀ ਅਵਸਰ ਹੈ। ਇਸ ਲਈ ਮੇਰੇ ਭਾਈ ਭੈਣੋ ਅਤੀ ਜ਼ਿਆਦਾ ਜ਼ਰੂਰੀ ਆ ਜਿਹਨੇ ਜ਼ਿੰਦਗੀ ਦਿੱਤੀ ਆ, ਜ਼ਿੰਦਗੀ ਉਹਦੀ ਰਜ਼ਾ 'ਚ ਰਹਿ ਕੇ ਬਤੀਤ ਕਰੀਏ ਤਾਂ ਕਿ ਸਾਡਾ ਵੀ ਆਉਣਾ ਸਫਲ ਹੋਵੇ ਤੇ ਸਾਡੇ ਜਰੀਏ ਸਾਡੇ ਬੱਚਿਆਂ ਦਾ ਆਉਣਾ ਵੀ ਸਫਲ ਹੋਵੇ। ਭਾਵ ਤੋਬਾ ਕਰੀਏ, ਉੱਤੇ ਈਮਾਨ ਲਿਆਈਏ ਜਿਸ ਨੇ ਸਾਰੀ ਦੁਨੀਆ ਦੀ ਖਾਤਰ ਇੰਤਜ਼ਾਮ ਕੀਤਾ ਹੈ। ਇਸ ਲਈ ਮਸੀਹ ਦੇ ਵਿੱਚ ਸਾਨੂੰ ਆਸ ਹੈ ਕਿ ਜੇ ਪ੍ਰਭੂ ਯਿਸੂ ਮਸੀਹ ਮਰਿਆ ਤੇ ਤੀਸਰੇ ਦਿਨ ਜੀ ਉੱਠਿਆ ਤੇ ਜਿਹੜੇ ਉਹਦੇ ਵਿੱਚ ਹੋ ਕੇ ਸੌਂਦੇ ਨੇ ਉਹ ਇੱਕ ਦਿਨ ਜ਼ਰੂਰ ਜੀ ਉੱਠਣਗੇ, ਉਹ ਜ਼ਰੂਰ ਜਾਗਣਗੇ ਤੇ ਉਹ ਪਰਮੇਸ਼ਰ ਦੇ ਰਾਜ ਦੇ ਹੱਕਦਾਰ ਬਣਨਗੇ। ਕਲਾਮ ਬਿਆਨ ਕਰਦਾ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਦਿਲਾਸਾ, ਤਸੱਲੀ ਤੇ ਹੌਸਲਾ ਦਿਓ। ਅੱਖਾਂ ਬੰਦ ਕਰਾਂਗੇ, ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ, ਸਾਰੀ ਭਲਾਈ ਤੇ ਨੇਕੀ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਜੋ ਤੁਸੀਂ ਆਪਣੇ ਵੱਡੇ ਫਜ਼ਲ ਨੂੰ ਇਸ ਪਰਿਵਾਰ ਦੇ ਉੱਤੇ ਪ੍ਰਗਟ ਕੀਤਾ। ਆਪਣਾ ਦਿਲਾਸਾ, ਆਪਣੀ ਤਸੱਲੀ ਔਰ ਆਪਣੀ ਸ਼ਾਂਤੀ ਦੇ ਨਾਲ ਭਰਿਆ ਹੈ। ਜਿੰਨੇ ਰਿਸ਼ਤੇਦਾਰ ਸਾਥ ਸੰਬੰਧੀ ਆਏ ਨੇ ਇਹਨਾਂ ਸਾਰਿਆਂ ਤੇ ਤੁਹਾਡਾ ਅਨੁਗ੍ਰਹਿ ਬਣਿਆ ਰਹੇ ਤੇ ਆਉਣ ਵਾਲੇ ਸਮੇਂ ਤੁਹਾਡੇ ਵੱਡੇ ਫਜ਼ਲ ਦੇ ਨਾਲ ਭਰਪੂਰ ਹੋਣ। ਦਇਆ ਕਰੋ। ਪ੍ਰਭੂ ਯਿਸੂ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ, ਆਮੀਨ।